हाँ जी, मेरे ख्याल 100 वरे हो गया। अज 100 वरे स्थापना दिवस है। अज सेवा दल का मनाया जा रहा है। स्थापना दिवस है, कांग्रेस ਲਈ ਬੜੀ ਵੱਡੀ ਗੱਲ ਹੈ, ਕਿਸ ਤਰ੍ਹਾਂ ਦੇਖੋ? देखो मैं समझदा कि इस महान देश आज़ाद करवाने दे विच कांग्रेस का सारे नालों वड्डा रोल सी। कांग्रेस सेवा दल का 100वां स्थापना वर्ष जो कि पूरे देश में बड़े हर्ष और उल्लास के नाल मनाया जा रहा है। देश आज़ाद हुआ, गोरों ने पूरा शोषण करके देश को बर्बाद करके गए थे। देश में शिक्षा की स्कूलें शुरू करना, हेल्थ के कैंप शुरू करना, देश में जहाँ कहीं फ्लड आता है या अर्थक्वेक होता है तो वहाँ जनता की सेवा के लिए पहुँचना। तो सेवा दल है उस देश की जनता की सेवा का दल है। ਦੇਸ਼ ਭਰ ਵਿੱਚ ਕਾਂਗਰਸ ਸੇਵਾ ਦਲ ਦਾ 100ਵਾਂ ਸਥਾਪਨਾ ਸਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਪੰਜਾਬ ਪ੍ਰਦੇਸ਼ ਸੇਵਾ ਦਲ ਦੇ ਪ੍ਰਧਾਨ ਸੁਭਾਸ਼ ਭਾਰਗਵ ਵੱਲੋਂ ਇੱਕ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿੱਚ ਰਾਸ਼ਟਰੀ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲ ਜੀ ਦੇਸਾਈ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚੇਅਰਮੈਨ ਪ੍ਰਸ਼ਨ ਪ੍ਰਤਾਪ ਸਿੰਘ ਵਾਜਵਾ ਨੇ ਸ਼ਮੂਲੀਅਤ ਕੀਤੀ। ਪੰਜਾਬ ਪ੍ਰਦੇਸ਼ ਪ੍ਰਧਾਨ ਕਾਂਗਰਸ ਸੇਵਾ ਦਲ ਸੁਭਾਸ਼ ਭਾਰਗਵ ਨੇ ਕਿਹਾ ਕਿ ਸੇਵਾ ਦਲ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਪਹਿਲਾਂ ਉਹਨਾਂ ਨੇ ਅੰਗਰੇਜ਼ਾਂ ਨੂੰ ਦੇਸ਼ 'ਚੋਂ ਭਜਾਇਆ, ਹੁਣ ਕੇਂਦਰ 'ਚ ਭਾਜਪਾ ਦੀ ਸਰਕਾਰ ਤੋਂ ਭੱਜਣਾ ਪਿਆ। ਪਹਿਲਾਂ ਕਾਂਗਰਸ ਦਾ ਨਾਰਾ ਦਿੱਤਾ ਹੈ, ਪਹਿਲਾਂ ਗੋਰਿਆਂ ਨਾਲ ਲੜਿਆ, ਹੁਣ ਚੋਰਾਂ ਨਾਲ ਲੜਿਆ। ਇਸ ਦੇਸ਼ ਦੀ ਭਾਜਪਾ ਸਰਕਾਰ ਪਿਛਲੇ 9 ਸਾਲਾਂ ਤੋਂ ਜਾਤ-ਪਾਤ ਅਤੇ ਧਰਮ ਦੇ ਨਾਂ ਤੇ ਲੋਕਾਂ ਦਾ ਖੂਨ ਚੂਸ ਰਹੀ ਹੈ। ਰਾਸ਼ਟਰੀ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਲਾਲ ਜੀ ਦੇਸਾਈ ਨੇ ਮੀਡੀਆ 'ਚ ਬੀਜੇਪੀ ਤੇ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਜਦੋਂ ਆਰਐਸਐਸ ਨੇ ਜੀਟੀਵੀ ਨਹੀਂ ਪਾਈ ਸੀ ਤਾਂ ਕਾਂਗਰਸ ਸੇਵਾ ਦਲ ਦੇਸ਼ ਦੀ ਆਜ਼ਾਦੀ ਲਈ ਲੜ ਰਿਹਾ ਸੀ, ਜਦੋਂ ਕਿ ਆਰਐਸਐਸ ਤੋਂ ਸਿੱਖਣ ਲਈ ਕੁਝ ਨਹੀਂ। ਆਰਐਸਐਸ ਕੋਲ ਨਫ਼ਰਤ, ਹਿੰਸਾ, ਦੰਗੇ ਜੋ ਉਹ ਅੱਜ ਵੀ ਕਰ ਰਹੇ ਨੇ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮਾਂ ਦੇ ਪਹਿਲੇ ਅੱਖਰਾਂ ਨਸ਼ਾ ਨੂੰ ਜੋੜ ਕੇ ਨਸ਼ਾ ਸ਼ਬਦ ਦੀ ਵਰਤੋਂ ਕੀਤੀ ਅਤੇ ਕਿਹਾ ਕਿ ਇਹ ਦੋਵੇਂ ਸੱਤਾ ਦੇ ਆਦੀ ਨੇ। ਜਦੋਂ ਵੀ ਭਾਜਪਾ ਆਪਣੇ ਆਪ ਨੂੰ ਸ਼ਾਸਨ 'ਚ ਅਸਫਲ ਹੁੰਦੀ ਦੇਖਦੀ ਹੈ ਤਾਂ ਉਹ ਇੰਟਰਨੈਸ਼ਨਲ ਲੈਵਲ ਤੇ ਜਾਊ, ਪਰ ਹਰਕਤਾਂ ਕਰਕੇ ਉਹ ਕਦੇ ਪਾਕਿਸਤਾਨ ਅਤੇ ਖਾਲਿਸਤਾਨ ਦੇ ਮੁੱਦੇ ਤੇ, ਕਦੇ ਕੈਨੇਡਾ ਦੇ ਮੁੱਦੇ ਤੇ ਅਤੇ ਕਦੇ ਚੀਨ ਦੇ ਮੁੱਦੇ ਤੇ ਗੱਲ ਕਰਨ ਲੱਗ ਪੈਂਦੇ ਨੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਪਿਛਲੀ ਕਾਂਗਰਸ ਸਰਕਾਰ ਵੇਲੇ ਕਾਂਗਰਸ ਸੇਵਾ ਦਲ ਪੰਜਾਬ ਨੂੰ ਕੋਈ ਵੀ ਮਹੱਤਵ ਨਹੀਂ ਦਿੱਤਾ ਸੀ, ਹੁਣ ਕਾਂਗਰਸ ਸੇਵਾ ਦਲ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਦੇ ਲਾਪਤਾ ਹੋਣ ਦੇ ਸਵਾਲਾਂ ਤੇ ਸਪਸ਼ਟ ਤੌਰ ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਉਹਨਾਂ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ ਤੇ ਬੋਲ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਪ ਪੰਜਾਬ ਸਰਕਾਰ ਦੀ ਵਿਜੀਲੈਂਸ ਏਜੰਸੀ ਵੱਲੋਂ ਸੁਣਾਏ ਆਗਮੀ ਦਰ ਬਾਰੇ ਉਸ ਦੀ ਤਿੱਖੀ ਪ੍ਰਤੀਕਿਰਿਆ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਦੇ ਲਾਪਤਾ ਹੋਣ ਦੇ ਸਵਾਲ ਤੇ ਸਪਸ਼ਟ ਤੌਰ ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ ਉਹਨਾਂ ਤੋਂ। 100ਵਾਂ ਸਥਾਪਨਾ ਦਿਵਸ हाँ जी, मेरे ख्याल 100 वरे हो गया। अज 100 वरे स्थापना दिवस है। अज सेवा दल का मनाया जा रहा है। सारे इंडिया के प्रधान सेवा दल के लाल जी देसाई इत्थे पहुंचे सी और सुभाष जी ने सारा कार्यक्रम अज का जिहड़ा रखिया सी। अज सारे ने शमूलीयत की है क्योंकि सेवा दल ऐसा संगठन है जिन्हें अंग्रेजों के समय तो लैके देश की आज़ादी तो लैके कांग्रेस पार्टी का बिल्कुल डट के साथ दिता और बहुत सारे ਜਿਹੜੇ ਸੇਵਾ ਦਲ ਦੇ ਕਾਰਜਕਰਤਾ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ 'ਚ ਗਏ ਔਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਦਾ ਮੋਹਰੀ ਰੋਲ ਅਦਾ ਕੀਤਾ ਔਰ ਸਾਨੂੰ ਪ੍ਰੇਰਨਾ ਮਿਲਦੀ ਹੈ ਔਰ 100ਵਾਂ ਵਰਾ ਪੂਰਾ ਹੋ ਗਿਆ। ਇਸ ਕਰਕੇ ਅੱਜ ਅਸੀਂ ਵਰੇਗੰਢ ਮਨਾਉਣਾ। ਰਾਜਾ ਜੀ, ਜਿਹੜੇ ਮਨਪ੍ਰੀਤ ਬਾਦਲ ਨੂੰ ਲੈ ਕੇ ਬੜੀਆਂ ਟਿੱਪਣੀਆਂ ਨੇ ਸਿਆਸਤ ਦੇ ਵਿੱਚ, ਕਹਿੰਦੇ ਨੇ ਕਾਂਗਰਸ ਦੇ ਬਹੁਤ ਲੋਕ ਇਸ ਜਿਹੜਾ ਸਰਕਾਰ ਦਾ ਆ ਉਹਨੂੰ ਫੇਸ ਕੀਤਾ ਹੈ, ਉਹਨਾਂ ਨੇ ਮਨਪ੍ਰੀਤ ਬਾਦਲ ਗਾਇਬ ਨੇ। मैं इस ते टिप्पणी नहीं करना चाहता। सियाने कहते गुरदास मान जी कहते दुश्मन मरे ना खुशी मनाइए, ठीक है। और खास करके उदों फिर मेरे अर्गे व्यक्ति का टिप्पणी करना बनता नहीं है। सो होर कोई व्यक्ति ते हुंदा तां मैं टिप्पणी करता, पर मैनू लगता नहीं है कि मैं उस व्यक्ति दे लई ਗੱਠਜੋੜ ਹੋ ਗਿਆ ਪੰਜਾਬ ਦੇ ਕਿੱਦਾਂ ਦਾ ਕਹਿੰਦੇ ਹੋ? ਹਾਂਜੀ, ਆਮ ਆਦਮੀ ਪਾਰਟੀ ਤੁਹਾਡਾ ਗੱਠਜੋੜ ਹੋ ਗਿਆ, ਕਿਸ ਤਰ੍ਹਾਂ ਦੀ ਰੇਡ ਹੋ ਰਹੀ ਅੱਜ ਵੀ ਪੰਜਾਬ 'ਚ ਹੋਈ ਹੈ ਰੇਡ, ਕਿਸ ਤਰ੍ਹਾਂ ਦੇਖਦੇ ਹੋ? ਸੋ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ, ਪੰਜਾਬ ਦਾ ਮਗਰਲੇ ਜਿਹੜੇ ਪੌਣੇ 2 ਸਾਲ ਹੈ ਜੀ ਸਾਡੇ ਹਿੱਸੇ ਕੀ ਆਇਆ ਹੁਣ ਪੰਜਾਬ ਦੇ? NIA ਦੀ ਰੇਡ, ED ਦੀ ਰੇਡ, CBI ਦੀ ਰੇਡ, ਵਿਜੀਲੈਂਸ ਦੀ ਰੇਡ, ਸਾਨੂੰ ਕੀ ਮਿਲਿਆ ਹੁਣ?
ਮੈਨੂੰ ਲੱਗਦਾ ਕਿ ਮਗਰਲੇ ਪੌਣੇ 2 ਸਾਲ ਦਾ ਪੰਜਾਬ ਨੂੰ ਇਹਨਾਂ ਰੇਡਸ ਨੇ ਡਰਾ ਕੇ ਰੱਖਤਾ, ਮਧੋਲ ਕੇ ਰੱਖਤਾ। ਮਕਸਦ ਕੀ ਹੈ? ਕਿਸ ਪ੍ਰਕਾਰ ਦੇ ਮਕਸਦ ਇਹ ਹੈ ਕਿ ਪੰਜਾਬ ਨੂੰ ਖੋਖਲਾ ਕਰਨਾ, ਪੰਜਾਬ ਨੂੰ ਡਰਾਉਣਾ। ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਕਿ ਜਦੋਂ ਫਲਾਨੀ ਜਗ੍ਹਾ ਤੇ NIA ਆ ਗਈ, ਫਲਾਨੀ ਜਗ੍ਹਾ ਤੇ CBI ਆ ਗਈ, ਫਲਾਨੀ ਜਗ੍ਹਾ ਤੇ ED ਆ ਗਈ। ਸੋ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਪੰਜਾਬ 'ਚ। ਮੈਨੂੰ ਲੱਗਦਾ ਹੈ ਕਿ ਇਹ BJP ਨੇ ਆਪਦਾ ਇੱਕ ਮਕਸਦ ਕਰ ਲਿਆ ਕੰਮ ਕਿ ਜੇ ਪੰਜਾਬੀ ਡਰਦੇ ਨਹੀਂ ਹੈ ਤਾਂ ਉਹਨਾਂ ਦਾ ਹੱਲ ਇਹੀ ਹੈ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਡਰਾਇਆ ਜਾਵੇ ਕਿ ਹਰ ਵਿਅਕਤੀ ਪੰਜਾਬ 'ਚ ਰਹਿਣ ਵਾਲਾ ਖਾਲਿਸਤਾਨੀ ਹੈ। ਮੈਂ ਖਾਲਿਸਤਾਨ ਦੇ ਖਿਲਾਫ ਹਾਂ 100%। ਮੈਂ ਸਭ ਤੋਂ ਪਹਿਲਾਂ ਲੜਦਾ ਹਿੰਦੁਸਤਾਨ, ਅਸੀਂ ਤਿਰੰਗੇ ਦੀ ਗੱਲ ਕਰਦੇ ਹਾਂ, ਲੇਕਿਨ ਹਰ ਵਿਅਕਤੀ ਨੂੰ, ਤੁਸੀਂ ਹੁਣ ਕੈਨੇਡਾ 'ਚ ਰਹਿੰਦੇ ਲੋਕ ਜਿਹੜੇ ਸਾਡੇ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਇੱਥੇ ਆਉਣਾ ਹੈ, ਉਹ 90% ਜਿਹੜੇ ਸਿੱਖ ਲੋਕ ਜਾਂ ਪੰਜਾਬ ਦੇ ਲੋਕ ਨੇ, ਹਿੰਦੂ ਪੰਜਾਬ ਦੇ ਨੇ, ਸਿੱਖ ਨੇ, ਗਰੀਬ ਲੋਕ ਨੇ, ਉਹਨਾਂ ਨੇ ਪੰਜਾਬ ਆਉਣਾ। ਕੀ ਉਹਨਾਂ ਦਾ ਕਸੂਰ ਹੈ ਬਈ? ਤੁਹਾਡੀ ਆਪਣੀ ਗੱਲ ਹੈ, ਲੜਾਈ ਲੜੀ ਹੈ, ਉਹ ਦੋਵਾਂ ਦੇਸ਼ਾਂ ਦੇ ਵਿਚਾਲੇ ਤਕਰਾਰ ਹੈ, ਅਸੀਂ ਆਪਣੇ ਦੇਸ਼ ਨਾਲ ਖੜੇ ਹਾਂ, ਲੇਕਿਨ ਤੁਸੀਂ ਜਿਹੜੇ तमाम ਸਿਟੀਜ਼ਨ ਲੋਕ ਹੈ ਉਹਨਾਂ ਦੇ ਵੀਜ਼ਾਸ ਕੈਂਸਲ ਕਰ ਦਿਓਗੇ ਤੁਸੀਂ ਲੋਕ। ਇਸ ਤਰ੍ਹਾਂ ਦਾ ਡਰ ਭੈ ਦਾ ਜਿਹੜੀ ਰਾਜਨੀਤੀ ਹੈ, ਜਿਹੜੀ BJP ਕਰ ਰਹੀ ਹੈ, ਇਹ ਬਿਲਕੁਲ ਮਾੜੀ ਗੱਲ ਹੈ। ਔਰ ਇਸ ਗੱਲ ਦੇ ਨਾਲ ਪੰਜਾਬ ਨੇ ਕਦੇ ਵੀ ਇਹ ਪੰਜਾਬ ਨੂੰ ਡਰਾ ਕੇ ਆਪਣੇ ਨਾਲ ਲਾਉਣਾ ਚਾਹੁੰਦੇ। ਜਿੱਥੇ BJP ਤੋਂ ਜਿਹੜੀ ਸਟੇਟ ਡਰਦੀ ਨਹੀਂ ਹੈ, ਜਿੱਥੇ BJP ਦੀ ਗੱਲ ਨਹੀਂ ਬਣਦੀ ਹੈ, ਫਿਰ ਉਹਨਾਂ ਨੂੰ ਡਰਾ ਕੇ ਆਪਣੇ ਨਾਲ ਲਾਇਆ ਜਾਂਦਾ। ਸੋ ਪੰਜਾਬੀਆਂ ਨੇ ਕਿਸੇ ਤੋਂ ਡਰਨਾ ਨਹੀਂ ਹੈ। ਸੋ ਇਹ ਅੱਗ ਦੇ ਨਾਲ ਖੇਡਣ ਦਾ ਕੰਮ ਪਹਿਲਾਂ ਵੀ ਏਜੰਸੀਆਂ ਨੇ ਕੀਤਾ ਸੀ, ਲੇਕਿਨ ਪੰਜਾਬ ਨੇ ਕਾਬੂ ਪਾ ਲਿਆ। ਹੁਣ ਦੁਬਾਰਾ ਫੇਰ ਇਹ ਤਰੀਕੇ ਨਾਲ ਆਪਦਾ ਕੰਮ ਚਲਾਉਂਦੇ ਆ NIA ਦੇ ਥਰੂ। ਦੇਖੋ ਖਾਲਸਾ ਏਡ ਵਾਲਿਆਂ ਦੇ ਕਾਹਦੀ ਰੇਡ ਮਾਰੀ ਬਈ? ਕਿਉਂ ਮਾਰੀ ਖਾਲਸਾ ਏਡ ਤੇ? ਰਾਜਾ ਜੀ, 2024 BJP, ਤੁਸੀਂ ਗੱਲ BJP ਦੀ ਕੀਤੀ, ਇੰਡੀਆ ਦੇ ਵਿੱਚ ਆਪ ਦੀ ਮੌਜੂਦਗੀ ਕਿਸ ਤਰ੍ਹਾਂ ਪੰਜਾਬ ਪ੍ਰਧਾਨ ਕਿਸ ਨੂੰ ਕਹਿੰਦਾ? ਇੰਡੀਆ ਅਲਾਈਅੰਸ ਜਿਹੜਾ ਹੈ ਉਹ ਲਾਈਕ ਮਾਈਂਡਡ ਪਾਰਟੀਆਂ ਦਾ ਇੱਕ ਅਲਾਈਅੰਸ ਹੈ, ਜਿਹੜੀ ਮੋਦੀ ਦੇ ਖਿਲਾਫ ਲੜਾਈ ਲੜਨੀ ਹੈ, ਜਿਹੜੀ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੁੰਦੀ ਹੈ, ਜਿਹੜੀ ਸੰਵਿਧਾਨ ਨੂੰ ਬਚਾਉਣਾ ਚਾਹੁੰਦੀ ਹੈ। ਮੀਟਿੰਗ 'ਚ ਪੰਜਾਬ ਦੇ ਪਾਣੀ ਦੀ ਗੱਲ ਹੋਈ ਹੈ ਕੱਲ, ਤੁਸੀਂ ਦੇਖ ਲਓ ਪੰਜਾਬ ਦੇ ਪਾਣੀ ਦੀ ਗੱਲ ਹੋਈ ਹੈ ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਕੱਲ। ਹਰਿਆਣੇ ਦੇ ਮੁੱਖ ਮੰਤਰੀ ਕੀ ਗੱਲ ਹੋਈ? ਹਿਮਾਚਲ ਅਮਿਤ ਸ਼ਾਹ ਨੇ ਕਹਿੰਦਾ ਵੀ ਪੰਜਾਬ ਦਾ ਪਾਣੀ ਨਹੀਂ ਲੈ ਕੇ ਜਾਵਾਂਗੇ। ਤੁਹਾਨੂੰ ਦੱਸਣਾ ਚਾਹੁੰਦਾ ਕਿ BBM ਬਾਖੜਾ ਬਿਆਸ ਡੈਮ ਦਾ ਜਿਹੜਾ ਇੱਕ ਬੰਦਾ ਬਾਹਰਲਾ ਜਿਹੜਾ ਪੰਜਾਬ ਨਾਲ ਸੰਬੰਧਿਤ ਨਹੀਂ ਹੈ, ਉਹਦਾ ਚੇਅਰਮੈਨ ਲਾ ਦਿੱਤਾ ਗਿਆ ਹੈ, ਮਿਸਟਰ ਤ੍ਰਿਪਾਠੀ। ਅਕਸਰ ਸਾਡੇ ਪੰਜਾਬ ਦਾ ਪਾਣੀ ਅਮਿਤ ਸ਼ਾਹ ਨੇ ਲੈ ਕੇ ਜਾਣਾ ਹੈ। ਜਿਸ ਬੰਦੇ ਨੇ ਦੇਸ਼ ਦੇ ਅੰਦਰ ਪੰਜਾਬ ਨੂੰ, ਅਸੀਂ ਚੰਡੀਗੜ੍ਹ ਸਾਡਾ ਹੈ, ਉੱਥੇ 70 ਵਰਿਆਂ ਤੋਂ ਸਾਡੀ ਲੜਾਈ ਚੱਲਦੀ ਹੈ। ਤੁਸੀਂ ਉੱਥੇ ਜਗ੍ਹਾ ਦੇਤੀ, ਵਿਧਾਨ ਸਭਾ ਦੀ ਜਗ੍ਹਾ ਦੇਤੀ, ਸੈਪਰੇਟ ਜਗ੍ਹਾ ਦੇਤੀ। ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਬਦਲਣ ਨੂੰ ਫਿਰਦੇ ਹੋ। ਤੁਸੀਂ ਰੋਜ਼ਾਨਾ ਸਾਡੇ ਨਾਲ ਵਿਤਕਰਾ ਕਰਦੇ ਹੋ। ਔਰ ਕੱਲ ਮੈਨੂੰ ਸਮਝ ਨਹੀਂ ਆਈ, ਮਾਨ ਸਾਹਿਬ ਵੀ ਉਸੇ ਮੰਚ ਤੇ ਸੀ ਤੇ ਅਮਿਤ ਸ਼ਾਹ ਵੀ ਉਸੇ ਮੰਚ ਤੇ ਸੀ ਤੇ ਆਦਰਨੀय ਗਵਰਨਰ ਸਾਹਿਬ ਵੀ ਉਸੇ ਮੰਚ ਤੇ ਸੀ। ਜੀ, ਥੈਂਕ ਯੂ ਸਰ, ਥੈਂਕ ਯੂ। ਸਥਾਪਨਾ ਦਿਵਸ ਹੈ, ਕਾਂਗਰਸ ਲਈ ਬੜੀ ਵੱਡੀ ਗੱਲ ਹੈ, ਕਿਸ ਤਰ੍ਹਾਂ ਦੇਖੋ ਮੈਂ ਸਮਝਦਾ ਕਿ ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਕਾਂਗਰਸ ਦਾ ਸਾਰਿਆਂ ਨਾਲੋਂ ਵੱਡਾ ਰੋਲ ਸੀ ਤੇ ਉਹਨਾਂ ਦੇ ਹਜ਼ਾਰਾਂ ਦੇ ਲੱਖਾਂ ਦੇ ਇਕੱਠਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸੇਵਾ ਦਲ ਅਹਿਮ ਭੂਮਿਕਾ ਨਿਭਾਉਂਦਾ ਸੀ। ਸੋ ਇਹ ਸਾਡੀ ਆਰਗੇਨਾਈਜੇਸ਼ਨ ਹੈ। ਆਹਿਸਤਾ ਆਹਿਸਤਾ ਇਹਨਾਂ ਵੱਲ ਤਵੱਜੋ ਸਰਕਾਰਾਂ ਜਿਹੜੀਆਂ ਸੀ, ਜਦੋਂ ਕਾਂਗਰਸ ਦੀ ਸਰਕਾਰ ਇੱਥੇ ਆਈ ਹੈ ਜਾਂ ਸਰਕਾਰਾਂ ਦੇ ਬਾਅਦ ਵੀ ਜਿਹੜੇ ਸਾਡੇ ਪ੍ਰਧਾਨ ਰਹੇ ਨੇ, ਉਹਨਾਂ ਨੇ ਇਹ ਸਾਡੀਆਂ ਫਰੰਟਲ ਆਰਗੇਨਾਈਜੇਸ਼ਨਸ ਵੱਲ ਥੋੜ੍ਹੀ ਜਿਹੀ ਤਵੱਜੋ ਕਰ ਦਿੱਤੀ। ਮੈਂ ਸਮਝਣਾ ਟਾਈਮ ਫੇਰ ਆ ਗਿਆ। ਦੋਨੋਂ ਹੀ ਅਸੀਂ ਐਜ਼ ਅ CLP ਲੀਡਰ, ਕਿਉਂਕਿ ਮੈਂ 10 ਸਾਲ ਪਹਿਲੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ 2013 ਤੋਂ 16 ਤੱਕ ਰਿਹਾ। ਹੁਣ ਰਾਜਾ ਵੜਿੰਗੀ ਅਸੀਂ ਇਹ ਮਨ ਬਣਾਇਆ ਕਿ ਭਾਵੇਂ ਮਹਿਲਾ ਕਾਂਗਰਸ ਹੋਏ, ਭਾਵੇਂ ਸੇਵਾ ਦਲ ਹੋਏ, ਭਾਵੇਂ NSU ਹੋਈ, ਯੂਥ ਕਾਂਗਰਸ ਹੋਈ, ਭਾਵੇਂ ਇੰਟਕ ਹੋਏ, ਸਰ ਇਹ ਫਰੰਟਲ ਆਰਗੇਨਾਈਜੇਸ਼ਨਸ ਨੂੰ ਸਾਰਿਆਂ ਨੂੰ ਪਹਿਲੇ ਤੇ ਵਰਕਰਸ ਨੂੰ ਇੱਜ਼ਤ ਦੇਣੀ, ਉਹਨਾਂ ਨੂੰ ਸਨਮਾਨ ਦੇਣਾ। ਸਾਰਿਆਂ ਨੂੰ ਪਹਿਲੇ ਤੇ ਹਰ ਵਿਅਕਤੀ ਜਿਹੜਾ ਆਪਣੀ ਇੱਜ਼ਤ ਤੇ ਸਨਮਾਨ ਚਾਹੁੰਦਾ, ਉਹਨਾਂ ਨੂੰ ਸਨਮਾਨ ਦੇਣਾ, ਆਰਗੇਨਾਈਜੇਸ਼ਨ ਨੂੰ ਬਿਲਡ ਕਰਨਾ। ਸੋ ਇੰਨਾ ਹੀ। ਰਾਈ ਇੱਧਰ ਹੀ ਆ ਜਾਂਦੇ ਜੀ। ਕਾਂਗਰਸ ਸੇਵਾ ਦਲ ਦਾ 100ਵਾਂ ਸਥਾਪਨਾ ਵਰਸ਼ ਜੋ ਕਿ ਪੂਰੇ ਦੇਸ਼ ਵਿੱਚ ਬੜੇ ਹਰਸ਼ ਔਰ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ, ਉਸੇ ਲੜੀ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਤਕਰੀਬਨ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਅੱਜ ਦੀ ਤਰੀਕ 27 ਤਰੀਕ ਮਿੱਥੀ ਗਈ ਸੀ। 27 ਤਰੀਕ ਦੇ ਪਿੱਛੇ ਕਾਰਨ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ, ਕਿ ਉਸ ਦਿਨ ਨੂੰ ਅਸੀਂ ਚੁਣਿਆ। ਔਰ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਸਾਡੇ ਜਿਹੜੇ ਰਾਸ਼ਟਰੀ ਅਧਿਕਸ਼ ਸਾਡੇ ਵਿੱਚ ਵਿਰਾਜਮਾਨ ਨੇ ਸ਼੍ਰੀ ਲਾਲ ਜੀ ਦੇਸਾਈ ਜੀ, ਸਾਡੇ ਪੰਜਾਬ ਪ੍ਰਦੇਸ਼ ਮਾਮਲੇ ਦੇ ਪ੍ਰਭਾਰੀ ਕਾਂਗਰਸ ਸੇਵਾ ਦਲ ਦੇ ਸ਼੍ਰੀ ਵਿਸ਼ਨੂੰ ਸ਼ਰਮਾ ਜੀ, ਉਹਨਾਂ ਦੀ ਰਹਿਨੁਮਾਈ ਵਿੱਚ ਉਹਨਾਂ ਦਾ ਵਿਚਾਰ ਚਰਚਾ ਕਰਨ ਤੋਂ ਬਾਅਦ ਅਸੀਂ ਅੱਜ ਦਾ ਦਿਨ ਚੁਣਿਆ। ਔਰ ਪਿਛਲੇ 1.5 ਮਹੀਨੇ ਤੋਂ ਇਸ ਕਾਰਿਆਕਰਮ ਦੀ ਤਿਆਰੀ ਚੱਲ ਰਹੀ ਸੀ।
100 वर्ष ਕਾਂਗਰਸ ਸੇਵਾ ਦਲ ਦੇ ਪੂਰਨ ਹੋਏ ਆ। ਕਾਂਗਰਸ ਸੇਵਾ ਦਲ ਜਿਸ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਇੱਥੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਔਰ ਗੋਰਿਆਂ ਨੂੰ ਇਸ ਦੇਸ਼ ਦੇ ਵਿੱਚੋਂ ਭਜਾਇਆ ਹੈ। ਇਸੇ ਲਈ ਕਾਂਗਰਸ ਸੇਵਾ ਦਲ ਨੇ ਨਾਰਾ ਦਿੱਤਾ ਕਿ ਪਹਿਲੇ ਲੜੇ ਥੇ ਗੋरों से अब लड़ेंगे चोरों से। ਇਹ ਜਿਹੜੀ ਚੋਰਾਂ ਦੀ ਸਰਕਾਰ ਜਿਹੜੀ ਦੇਸ਼ ਦੇ ਵਿੱਚ ਪਿਛਲੇ 9 ਸਾਲ ਤੋਂ ਲੋਕਾਂ ਦਾ ਖੂਨ ਚੂਸ ਰਹੀ ਹੈ, ਲੋਕਾਂ ਨੂੰ ਦੇਸ਼ ਦੇ ਵਿੱਚ ਜਾਤੀ ਔਰ ਧਰਮ ਦੇ ਨਾਂ ਤੇ ਵੰਡ ਕੇ ਆਪਸ ਦੇ ਵਿੱਚ ਜਾਤੀ ਔਰ ਧਰਮ ਦੇ ਨਾਂ ਤੇ ਵੰਡ ਕੇ ਲੋਕਾਂ ਦੇ ਵਿੱਚ ਪਾੜ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸ਼ਾਸਨ ਕਰ ਰਹੀ ਹੈ। ਇਸ ਨੂੰ ਅਸੀਂ ਸਾਡੇ ਰਾਸ਼ਟਰੀ ਅਧਿਕਸ਼ ਜੀ ਦੀ ਰਹਿਨੁਮਾਈ ਦੇ ਵਿੱਚ ਅਸੀਂ ਨਾਮ ਦਿੱਤਾ ਹੈ ਕੁਸ਼ਾਸਨ। ਕਿ ਕੁਸ਼ਾਸਨ ਦੀ ਸਰਕਾਰ ਜਿਹੜੀ ਚੱਲ ਰਹੀ ਹੈ ਉਹਦੇ ਖਿਲਾਫ ਕਾਂਗਰਸ ਸੇਵਾ ਦਲ ਲਾਮਬੱਧ ਹੋਇਆ ਹੈ ਔਰ ਪੂਰੇ ਦੇਸ਼ ਵਿੱਚ ਕਾਂਗਰਸ ਸੇਵਾ ਦਲ ਨੂੰ ਇਕਜੁੱਟ ਕਰਨ ਲਈ ਖੜਾ ਕਰਨ ਲਈ ਪਿਛਲੇ 5 ਸਾਲ ਤੋਂ ਵੀ ਵੱਧ ਸਮੇਂ ਤੋਂ ਜਦੋਂ ਦੇ ਸਾਡੇ ਰਾਸ਼ਟਰੀ ਅਧਿਕਸ਼ ਸ਼੍ਰੀ ਲਾਲਜੀ ਦੇਸਾਈ ਜੀ ਆਏ ਨੇ ਸੇਵਾ ਦਲ ਦੀਆਂ ਗਤੀਵਿਧੀਆਂ ਦੇ ਵਿੱਚ ਕਾਫੀ ਤਬਦੀਲੀ ਆਈ ਹੈ ਔਰ ਇਹ ਗੱਲ ਅੱਜ ਤੁਸੀਂ ਮੰਚ ਤੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਅਮਰਿੰਦਰ ਸਿੰਘ ਵੜਿੰਗ ਜੀ ਜਿਹੜੇ ਸਾਡੇ ਪੀਪੀਸੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਕਹੀ ਹੈ ਕਿ ਪਿਛਲੇ ਸਮੇਂ ਤੋਂ ਕਾਂਗਰਸ ਸੇਵਾ ਦਲ ਦੇ ਵਿੱਚ ਜੋ ਕਮੀਆਂ ਦਿਖ ਰਹੀਆਂ ਸੀ ਕੁਝ ਸਾਲਾਂ ਤੋਂ ਉਹ 5 ਸਾਲਾਂ ਦੇ ਵਿੱਚ ਬਹੁਤ ਬਦਲਾਅ ਹੋਇਆ ਔਰ ਇਹ ਬਦਲਾਅ ਇੱਥੇ ਰੁਕਣ ਵਾਲਾ ਨਹੀਂ ਹੈ। ਕਾਂਗਰਸ ਸੇਵਾ ਦਲ ਉਹ ਜਮਾਤ ਹੈ ਜਿਸ ਨੇ ਇਸ ਦੇਸ਼ ਦੇ ਵਿੱਚ ਇੱਕ ਖੂਨ ਦੇ ਕੇ ਲੱਖਾਂ ਸ਼ਹੀਦਾਂ ਦੀ ਸ਼ਹਾਦਤ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਸਰ ਜੇ ਆਪਾਂ ਗੱਲ ਕਰੀਏ ਕਿ ਕਹ ਲਓ ਕਿ 16 ਸਤੰਬਰ ਦਿਵਸ ਤੁਸੀਂ ਬਣਾ ਰਹੇ ਆ, ਜੇ ਲੋਕਲ ਲੀਡਰਸ਼ਿਪ ਦੀ ਜਿਹੜੀ ਕਿ ਗੱਲ ਕਰੀਏ ਇੱਥੇ ਕਮੀ ਕਿਉਂ ਪਾਈ ਗਈ? ਦੇਖੋ ਇਹ ਅੱਜ ਕਮੀਆਂ ਦਾ ਦੌਰ ਨਹੀਂ ਹੈ। ਅੱਜ ਇਹਨਾਂ ਚੀਜ਼ਾਂ ਦੇ ਵਿੱਚ ਕਾਂਗਰਸ ਬਿਲਕੁਲ ਅੱਗੇ ਨਿਕਲ ਚੁੱਕੀ ਹੈ। ਜਿਹੜੀਆਂ ਕਮੀਆਂ ਆ ਦੁਨੀਆ 'ਚ ਕੋਈ ਐਸਾ ਸੰਗਠਨ ਕੋਈ ਪਰਿਵਾਰਾਂ 'ਚ ਕਮੀਆਂ ਪਰਿਵਾਰਾਂ ਦੇ ਵਿੱਚ 4 ਵਿਅਕਤੀ ਹੁੰਦੇ ਉਹਨਾਂ 'ਚ ਕਮੀਆਂ ਰਹਿ ਜਾਂਦੀਆਂ ਤਾਂ ਫਿਰ ਬਹੁਤ ਵੱਡਾ ਨੈਸ਼ਨਲ ਸੰਗਠਨ ਹੈ। ਅੱਜ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਵਿਸ਼ੇਸ਼ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਜਿਹੜੇ ਔਰ ਉਹਨਾਂ ਦੇ ਨਾਲ ਸਾਰੀ ਹੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਦੇ ਤਹਿਤ ਸਾਰੀ ਪੰਜਾਬ ਦੇ ਵਿੱਚ ਚਾਹੇ ਉਹ ਕੋਈ ਵੀ ਵਿੰਗ ਹੈ ਕਾਂਗਰਸ ਸੇਵਾ ਦਲ ਹੈ ਚਾਹੇ ਹੋਰ ਸੈੱਲ ਨੇ ਸਾਰੇ ਇਕਜੁੱਟ ਨੇ ਔਰ ਕਾਂਗਰਸ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਦੇਸ਼ ਦੇ ਵਿੱਚ ਇਕਜੁੱਟਤਾ ਦੇ ਨਾਲ ਚੱਲ ਰਹੀ ਹੈ। ਜੇ ਕਾਂਗਰਸ ਇਕਜੁੱਟ ਹੈ ਤਾਂ ਹੀ ਇੰਡੀਆ ਬਣਿਆ ਹੈ। ਤੁਹਾਡੇ 4 ਵਿਧਾਇਕ ਹੈ ਇੱਥੇ, ਇੱਕ ਆਜ਼ਾਦ ਹੈ ਉਹ ਵੀ ਤੁਹਾਡਾ ਸਮਰਥਨ ਕਰਦਾ, 4 ਵਿਧਾਇਕਾਂ ਚੋਂ ਸਿਰਫ ਇੱਕ ਵਿਧਾਇਕ ਆਇਆ। ਦੇਖੋ ਇਹਦੇ ਵਿੱਚ ਕੋਈ ਐਡੀ ਗੱਲ ਨਹੀਂ ਹੈਗੀ, ਉਹ ਵਿਅਕਤੀਗਤ ਜਿਵੇਂ ਹੋ ਸਕਦੇ ਆ। ਅਸੀਂ ਸਾਰਿਆਂ ਨੂੰ ਆਮੰਤਰਿਤ ਕੀਤਾ ਹੈ। ਬਹੁਤ ਸਾਰੇ ਲੋਕ ਸੀਗੇ ਅੱਜ ਰਾਣਾ ਜੀ ਨੇ ਵੀ ਵਿਅਕਤੀਗਤ ਤੌਰ ਤੇ ਆਉਣਾ ਸੀ ਪਰ ਰਾਣਾ ਜੀ ਵੀ ਅੱਜ ਕੋਈ ਵਿਸ਼ੇਸ਼ ਕੋਈ ਉਹਨਾਂ ਨੂੰ ਕੰਮ ਪੈ ਗਿਆ ਇਸ ਕਰਕੇ ਚਲੇ ਗਏ। ਉਹਨਾਂ ਦੇ ਮਿਸਿਸ ਮੈਡਮ ਰਾਜਵੰਸ਼ ਰਾਣਾ ਜੀ ਸਾਡੇ ਵੱਡੇ ਭੈਣ ਜੀ ਉਹ ਇੱਥੇ ਪ੍ਰੋਗਰਾਮ 'ਚ ਆਏ ਨੇ, ਉਹ ਆ ਕੇ ਗਏ ਨੇ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਫਗਵਾੜੇ ਤੋਂ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਕਾਂਗਰਸ ਕਮੇਟੀ ਦੇ ਨਾਲੇ ਵਿਧਾਇਕ ਨੇ ਉਹ ਵੀ ਇੱਥੇ ਆਏ ਨੇ। ਬਾਕੀ ਜਿਹੜਾ ਨਹੀਂ ਆਇਆ ਵਿਅਕਤੀਗਤ ਕੰਮ ਹੋ ਸਕਦਾ ਵਿਅਕਤੀ ਦਾ। ਤੁਸੀਂ ਮਿਹਨਤ ਤਾਂ ਕਰਦੇ, ਜਦੋਂ ਟਿਕਟਾਂ ਦੀ ਗੱਲ ਆਉਂਦੀ ਤਾਂ ਤੁਹਾਨੂੰ ਇਗਨੋਰ ਕਰ ਦਿੱਤਾ ਜਾਂਦਾ ਪਾਰਟੀ ਵੱਲੋਂ। ਇੱਦਾਂ ਦੀ ਕੋਈ ਗੱਲ ਨਹੀਂ ਹੈ, ਉਹ ਸਮਾਂ ਨਿਕਲ ਗਿਆ। ਹੁਣ ਇਹੀ ਗੱਲ ਤੁਸੀਂ ਸੁਣ ਲਈ ਹੈ, ਰਾਜਾ ਵੜਿੰਗ ਜੀ ਕਹਿ ਗਏ ਆ ਵੀ ਉਹ ਗੱਲ ਹੁਣ ਨਹੀਂ ਹੋਣੀ। ਕਾਂਗਰਸ ਸੇਵਾ ਦਲ ਪ੍ਰਮੁੱਖਤਾ ਦੇ ਨਾਲ ਅੱਗੇ ਵਧ ਰਿਹਾ ਔਰ ਦੇਸਾਈ ਜੀ ਦੀ ਅਗਵਾਈ ਵਿੱਚ ਕਾਂਗਰਸ ਸੇਵਾ ਦਲ ਜਿਹੜਾ ਉਹ ਪੂਰੀ ਤਨ ਮਨ ਦੇ ਨਾਲ ਇੱਥੇ ਦੇ ਵਿਧਾਇਕ ਜਿਹੜੇ ਆ ਪੁਰਾਣੇ ਬੰਦਿਆਂ ਨੂੰ ਕਿਉਂ ਪਿੱਛੇ ਪਾਉਂਦੇ ਔਰ ਜਿਹੜੇ ਉਹਨਾਂ ਦੇ ਪਹਿਲੋਂ ਆਉਂਦੇ ਉਹਨਾਂ ਨੂੰ ਮੋਹਰੇ ਪਾਉਣ ਦੀ ਕੋਸ਼ਿਸ਼ ਕਰਦੇ? ਕੋਈ ਇਹ ਗੱਲਾਂ ਇਹ ਵਿਅਕਤੀਗਤ ਗੱਲਾਂ ਜਿਹੜੀਆਂ ਨਾ ਇਹਨਾਂ ਦਾ ਕੋਈ ਗੱਲ ਮੇਰੇ ਹਿਸਾਬ ਨਾਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਵਿਧਾਇਕ ਦਾ ਆਪਣਾ ਸੋਚ ਹੈ, ਉਹਦਾ ਆਪਣਾ ਸਿਸਟਮ। ਅਸੀਂ ਸੰਗਠਨ ਦੇ ਬੰਦੇ ਹਾਂ, ਅਸੀਂ ਪਾਰਟੀ ਆਈਡੀਓਲੋਜੀ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ। ਅਸੀਂ ਪਾਰਟੀ ਦੀ ਆਈਡੀਓਲੋਜੀ ਦੇ ਨਾਲ ਲੋਕਾਂ ਨੂੰ ਜੋੜਨਾ ਹੈ। ਦੇਸ਼ ਦੇ ਵਿੱਚ ਕੀ ਹੋ ਰਿਹਾ ਉਹ ਬਾਰੇ ਲੋਕਾਂ ਨੂੰ ਦੱਸਣਾ, ਉਹਨਾਂ ਦੀ ਸੋਚ। ਲੋਕ ਸਭਾ ਚੋਣਾਂ ਇੰਡੀਆ ਅਲਾਈਅੰਸ ਜਿਹੜਾ ਹੋਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇੰਡੀਆ ਜਿਹੜਾ ਜਿਵੇਂ ਕਿ ਦੇਸਾਈ ਜੀ ਨੇ ਵੀ ਦੱਸਿਆ ਕਿ ਇੱਕ ਪਾਸੇ ਤਾਂ ਐਨਡੀਏ ਹੈ ਜਿਹੜਾ ਕਿ ਨਾ ਤਾਂ ਜਿਹਦੇ ਵਿੱਚ ਕੋਈ ਇਨਸਾਨੀਅਤ ਹੈ ਨਾ ਜਿਹਦੇ ਵਿੱਚ ਕੋਈ ਦੇਸ਼ ਪਿਆਰ ਦੀ ਭਾਵਨਾ ਹੈ, ਉਹ ਐਨਡੀਏ ਹੈ। ਜਿਹਦੇ ਨਾਲ ਦੇਸ਼ ਪ੍ਰੇਮ ਔਰ ਇਨਸਾਨੀਅਤ ਹੈਗੀ ਆ ਉਹ ਇੰਡੀਆ ਹੈ। ਇਹ ਹੁਣੇ ਦੇਸਾਈ ਜੀ ਦਾ ਤੁਸੀਂ ਸੁਣਿਆ ਹੋਣਾ। ਤਾਂ ਇਹ ਜਿਹੜਾ ਅਲਾਈਅੰਸ ਹੈ ਇਹ ਬਿਲਕੁਲ ਪਰਫੈਕਟ ਹੈ। ਅੱਜ ਮੋਦੀ ਜਿਹੜੀ ਸਰਕਾਰ ਉਹ ਇਸ ਨਾਮ ਤੋਂ ਇੰਨਾ ਘਬਰਾ ਗਈ ਹੈ ਕਿ ਉਹਨਾਂ ਨੂੰ ਇੰਡੀਆ ਦੀ ਜਗ੍ਹਾ ਉਹਨੂੰ ਕਹਿੰਦੇ ਭਾਰਤ ਨਾਂ ਰੱਖਣਾ। ਭਾਰਤ ਦਾ ਜਿਹੜਾ ਪਹਿਲਾਂ ਹੀ ਭਾਰਤ ਹੈ ਉਹਦਾ ਤੁਸੀਂ ਨਾਂ ਕੀ ਰੱਖੋਗੇ? ਤੁਹਾਡਾ ਅਲਾਈਅੰਸ ਟੁੱਟਣ ਦਾ ਨਜ਼ਰ ਆ ਰਿਹਾ। ਕੱਲ੍ਹ ਵੀ ਸਾਊਥ 'ਚੋਂ ਇੱਕ ਪਾਰਟੀ ਨੇ ਵਾਪਸ ਅਲਾਈਅੰਸ ਤੋਂ ਹੋਣ ਦਾ ਫੈਸਲਾ ਕੀਤਾ। ਦੇਖੋ ਇੱਕ ਦੇ ਕੋਈ ਵਿਅਕਤੀ ਵਿਸ਼ੇਸ਼ ਦੀ ਸੋਚ ਹੋਵੇ, ਸੰਗਠਨ ਜਿਹੜਾ ਅਲਾਈਅੰਸ ਹੈ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ ਔਰ ਪੂਰੀ ਇਕਜੁੱਟਤਾ ਦੇ ਨਾਲ ਇਹ ਇਲੈਕਸ਼ਨ ਲੜ ਕੇ ਦੇਸ਼ ਦੇ ਵਿੱਚ ਇਹਨਾਂ ਤੁਸੀਂ ਪੰਜਾਬ ਦੇ ਪ੍ਰਧਾਨ ਹੋ, ਕੋਈ ਸੀਟਾਂ ਦੀ ਮੰਗ ਕੀਤੀ? 13 ਸੀਟਾਂ ਹੁਣ ਇਲੈਕਸ਼ਨ ਹੋਣੀ ਲੋਕ ਸਭਾ ਦੀ, ਕੋਈ ਇਹ ਹਾਈ ਕਮਾਂਡ ਦਾ ਮੁੱਦਾ ਆ ਜੋ ਸਾਡਾ ਅਸੀਂ ਸਮੇਂ ਪਹਿਲੇ ਕਹਿ ਚੁੱਕਾ। ਨਹੀਂ ਪਰ ਤੁਸੀਂ ਕੋਈ ਮੰਗ ਤਾਂ ਰੱਖੀ ਹੋਊਗੇ ਨਾ? ਦੇਖੋ ਇਹਦੇ ਵਾਸਤੇ ਕੋਈ ਮੀਟਿੰਗ ਸੀਟਾਂ ਮੰਗੀਆਂ ਵੀ ਇੰਨੀਆਂ ਸੀਟਾਂ ਸੇਵਾ ਦਲ ਨੂੰ ਬਿਲਕੁਲ ਸਾਡੀਆਂ ਇਹਦੇ ਬਾਰੇ ਸਾਡੀ ਜਿਹੜੀ ਪ੍ਰਧਾਨ ਜੀ ਨਾਲ ਸਾਰਿਆਂ ਨਾਲ ਗੱਲ ਹੋ ਚੁੱਕੀ। ਅਸੀਂ ਦੇਸਾਈ ਸਾਹਿਬ ਦੇ ਨਾਲ ਡਿਸਕਸ ਕਰ ਚੁੱਕੇ ਹਾਂ
ਅਗਲੀ ਗੱਲ ਤੁਹਾਡੇ ਨਾਲ ਸਾਂਝਾ ਨਹੀਂ ਕਰਨੀ ਕੋਈ ਅੰਕੜਾ ਦਿੱਤਾ ਪਾਰਟੀ ਨੂੰ ਇੰਨੀਆਂ ਬਿਲਕੁਲ ਬਿਲਕੁਲ ਉਹ ਸਾਡੀ ਦੇਖੋ ਜਦੋਂ ਅਲਾਈਅੰਸ ਹੁੰਦਾ ਹੈ ਨਾ ਅਲਾਈਅੰਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅੰਦਰ ਬੈਠ ਨਹੀਂ ਕੇ ਤੁਹਾਡੀਆਂ ਮੈਂ ਸੇਵਾ ਦਲ ਦੀ ਕਰ ਰਿਹਾ ਕਿ ਸੇਵਾ ਦਲ ਪਾਰਟੀ ਜੋ ਕੋਈ ਸੀਟਾਂ ਸੇਵਾ ਮੰਗਦਾ ਦਲ ਪਿਆ ਬਿਲਕੁਲ ਸੇਵਾ ਦਲ ਨੂੰ ਕੋਈ ਐਸੀ ਗੱਲ ਨਹੀਂ ਹੈ ਸੇਵਾ ਦਲ ਦੇ ਜਿਹੜਾ ਵੀ ਬੰਦਾ ਕਾਬਿਲ ਹੋਊਗਾ ਉਹਨੂੰ ਟਿਕਟ ਮਿਲੇਗੀ ਸੇਵਾ ਦਾ ਇਹਨਾਂ ਦੇ ਸੇਵਾ ਦਾ ਦਲ ਹੀ ਜਿਹਦਾ ਨਾਮ ਰੱਖਦੇ ਸੇਵਾ। ਤੁਸੀਂ ਹੁਣੇ ਵੜਿੰਗ ਸਾਹਿਬ ਨੂੰ ਸੁਣਿਆ ਉਹਨਾਂ ਨੇ ਕੀ ਕਿਹਾ ਬਾਜਵਾ ਜੀ ਨੇ ਕੀ ਕਿਹਾ ਕਿ ਸੇਵਾ ਦਲ ਹੁਣ ਉਹ ਗੱਲ ਨਹੀਂ ਹੈ ਹੁਣ ਦੇਸ਼ ਦੇ ਕਿ ਵਿੱਚ ਸੇਵਾ ਬਦਲਾਅ ਦਲ ਨੂੰ ਆ ਹੁਣ ਦੇਖਿਆ नहीं, ਤਾਂ कितने सेवा दल जो है हम सेवा दल ही है और हमें उस पर गर्व है और सेवा का मतलब इस देश की सेवा और देश की जनता की सेवा। देश में आज़ादी के जंग में कई लोग जो कुर्बान हुए वो देश सेवा के लिए। देश आज़ाद हुआ, गोरों ने पूरा शोषण करके देश को बर्बाद करके गए थे। देश में शिक्षा की स्कूलें शुरू करना, हेल्थ के कैंप शुरू करना, देश में जहाँ कहीं फ्लड आता है या अर्थक्वेक होता है तो वहाँ जनता की सेवा के लिए पहुँचना। तो सेवा दल है उस देश की जनता की सेवा का दल है और हम राजनीतिक दल हैं। हम संघियों की तरह चोरी छुपे नहीं बोलते हैं। जैसे आरएसएस बोलेगा कि हम तो कल्चरल ऑर्गेनाइजेशन हैं, हम पॉलिटिकल ऑर्गेनाइजेशन नहीं हैं। हम तो खुल के बोलते हैं कि वी आर अ विंग ऑफ द पॉलिटिकल पार्टी। हम एक राजनीतिक पार्टी के एक फ्रंटल ऑर्गेनाइजेशन है, खुल के राजनीति करते हैं पर जन सेवा और राष्ट्र निर्माण के माध्यम से करते हैं। कई लोग ये भी कहते हैं कि ਜਿਹੜਾ सेवा दल है जो वो कांग्रेस का जो सेवा दल है वो आरएसएस की एक आइडियोलॉजी पर काम करता है, इसमें क्या सच्चाई है? ये मुझे लगता है पत्रकार माध्यमों से कहना चाहूँगा कि आरएसएस ने जब चड्डी पहनना शुरू नहीं किया था तब सेवा दल इस देश की आज़ादी का जंग लड़ रहा था। आरएसएस जब चड्डी पहनना नहीं सीखा था तब हमने बनारस में भारत माता का मंदिर बना दिया था। आरएसएस के लोग जब देश में कहीं निकलना उनकी हैसियत और हिम्मत नहीं थी तब पूरे के पूरे कभी आप देखेंगे कि गोरों ने आरएसएस पर बैन नहीं लगाया है। अगर हिस्ट्री देखेंगे आज़ादी के जंग में आरएसएस पर कोई बैन नहीं लगा। सेवा दल को गोरों की सरकार ने प्रतिबंधित संगठन डिक्लेयर किया था क्योंकि हम आज़ादी की जंग में हम लड़ने वाले थे। कुर्बानी का एक तरफ इतिहास है, गद्दारी का एक तरफ इतिहास है। तो आरएसएस ने हमसे बहुत कुछ सीखा है और हम ये मानते हैं कि आरएसएस से कोई चीज़ सीखने लायक नहीं है। जहाँ घृणा, नफरत, हिंसा, दंगा, अब उनसे क्या सीखे हम लोग? वो तो वही काम कर रहे हैं। हम लोग कहते हैं कि वो दंगों के दंगाई हैं, हम शांति के सिपाही हैं। अगर तुम डंडों से तोड़ोगे तो हम झंडे से जोड़ेंगे। तो वो तोड़ने वाले हैं, हम जोड़ने वाले हैं। वो दंगे करते हैं और लोगों के बसे बसाए आसियाने जलाते हैं और हम जाके उस आसियानों को दोबारा खड़ा करने का काम करते हैं। हमें उनसे सीखना नहीं है। इनफैक्ट हम ये कहते हैं कि हम संघियों को ये कहना चाहते हैं कि आओ तुमको भी थोड़ी मानवता का पाठ बढ़ाए। तुम्हारे दिमाग में जो जहर और हिंसा भरी हुई है आओ थोड़ा उसको निकाले और मोहब्बत की दुकान खोले इस नफरत के बाजार। जो भारत और कनाडा का इशू चल रहा है उसमें पंजाब में ईडी की रेड हो रही है लगातार और एजेंसियों की रेड हो रही है और सिखों को टारगेट किया जा रहा है, चाहे वो नेशनल मीडिया की बात की जाए चाहे इंटेलिजेंसी की बात की जाए। देखिए ये मुझे लगता है हमारे देश के प्रधानमंत्री और हमारे देश के जो ब्यूरोक्रेट्स हैं ना वो इश्यूज़ को जब लगे कि भाजपा शासन में विफल दिख रहा है, जब उनको लगे कि देश अब राशन और शासन की बात कर रहा है तो कुछ ऐसी उनकी इंटरनेशनल हरकतें होती है, कभी पाकिस्तान के मुद्दे पर, कभी खालिस्तान के मुद्दे पर, कभी कनाडा के मुद्दे पर तो कभी चाइना के मुद्दे पर, कभी म्यांमार के मुद्दे पर। ये नरेंद्र मोदी और अमित शाह जैसे सत्ता का ये नशा है। नरेंद्र का न है और शाह का शाह है, नशा है ये सत्ता का नशा है। इस सत्ता का नशा बार बार जब लगे कि कमली सत्ता गिरती है, जब लगे कमली सत्ता गिरती है तब इस देश के लोगों की ज़िंदगी खतरे में पड़ती है। द एवन मीडिया चैनल ਲਈ ਕਪੂਰਥਲਾ ਤੋਂ ਬਲਜਿੰਦਰ ਸਿੰਘ ਦੀ ਖਾਸ ਰਿਪੋਰਟ।